ਸਤਿ ਸ਼੍ਰੀ ਅਕਾਲ ਜੀ। ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਪ੍ਰੀਤ ਸਿੰਘ ਗਿੱਲ ਸਵਾਗਤ ਕਰਦਾ ਤੇ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੇ ਬੁਲਟਨ ਦੀ। ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੇ ਦਖਲ ਤੋਂ ਬਾਅਦ ਨਗਰ ਨਿਗਮ ਦੇ ਕਰਮਚਾਰੀਆਂ ਨੇ ਹੜਤਾਲ ਜੋ ਹੈ ਖਤਮ ਕਰ ਦਿੱਤੀ ਹੈ ਤੇ ਮਿਊਨਿਸਪਲ ਕਰਮਚਾਰੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਅਤੇ 16 ਮੰਗਾਂ ਦੇ ਉੱਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਦੇ ਹੋਏ ਇੱਕ ਮੀਟਿੰਗ ਹੋਈ ਸੀ 35 ਸੈਕਟਰ ਚੰਡੀਗੜ੍ਹ ਦੇ ਵਿੱਚ। ਤੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬ੍ਰਹਮ ਮਹਿੰਦਰਾ ਨੇ ਇਹ ਕਿਹਾ ਕਿ ਸਫਾਈ ਸੇਵਕਾਂ ਅਤੇ ਸੀਵਰੇਜ ਮੈਨਾਂ ਦੀਆਂ ਨੌਕਰੀਆਂ ਨੂੰ ਨਿਯੁਕਤ ਕਰਨ ਦਾ ਫੈਸਲਾ ਕੈਬਨਿਟ ਮੀਟਿੰਗ ਦੇ ਵਿੱਚ ਪਹਿਲਾਂ ਹੀ ਲਿਆ ਜਾ ਚੁੱਕਿਆ ਤੇ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਨੂੰ ਇਸ ਸਬੰਧ ਦੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹ ਪ੍ਰਤੀਕਿਰਿਆ ਵੱਧ ਤੋਂ ਵੱਧ 1 ਮਹੀਨੇ ਦੇ ਵਿੱਚ ਮੁਕੰਮਲ ਹੋ ਜਾਵੇਗੀ। ਤੇ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਹੋਰ ਮਿਊਨਿਸਪਲ ਕਰਮਚਾਰੀਆਂ ਦਾ ਸਬੰਧ ਹੈ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਇਸ ਮਾਮਲੇ ਨੂੰ ਪੂਰੀ ਹਮਦਰਦੀ ਦੇ ਨਾਲ ਵਿਚਾਰਿਆ ਜਾਏਗਾ ਤੇ ਅਗਲੇ 2 ਮਹੀਨਿਆਂ ਦੇ ਵਿੱਚ ਇਸ ਦਾ ਵੀ ਹੱਲ ਕੱਢ ਲਿਆ ਜਾਵੇਗਾ। ਸੋ ਕੇਂਦਰ ਸਰਕਾਰ ਦਾ ਜੋ ਰਵੱਈਆ ਉਹ ਦਿਨੋਂ ਦਿਨ ਵਿਗੜਦਾ ਜਾ ਰਿਹਾ ਤੇ ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਕਾਨੂੰਨ ਲਾਗੂ ਕਰਕੇ ਪੰਜਾਬ ਦੇ ਕਿਸਾਨਾਂ ਤੇ ਮਾਰ ਪਾਈ ਹੈ ਤੇ ਹੁਣ ਸਰਕਾਰ ਮਹਿੰਗਾਈ ਵਧਾ ਕੇ ਲੋਕਾਂ ਤੇ ਭਾਰੀ ਅਸਰ ਪਾ ਰਹੀ ਹੈ ਤੇ ਮਹਿੰਗਾਈ ਦੇ ਕਾਰਨ ਲੋਕਾਂ ਦਾ ਜੀਣਾ ਜੋ ਹੈ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਦਿਨੋਂ ਬ ਦਿਨ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ ਤੇ ਝੋਨੇ ਲਗਾਉਣਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਕਿਉਂਕਿ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਜੋ ਹੈ ਤੇਲ ਉਹ ਵੀ ਨਹੀਂ ਪੂਰਾ ਹੋ ਰਿਹਾ। ਤੇ ਇਸੇ ਮਹਿੰਗਾਈ ਤੇ ਰੋਕ ਲਗਾਉਣ ਦੇ ਲਈ ਤੇ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੇ ਲਈ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਦੇ ਵਿੱਚ ਵਧ ਰਹੀ ਮਹਿੰਗਾਈ ਦੇ ਕਾਰਨ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। कि मोदी सरकार ने जो देश के लोगों को मारन की नीति बनाई RSS नाल मिल के और देश दे विच पेट्रोल डीजल ते रसोई गैस दी कीमतां ते खाण पीण दी चीज़ां दालां ते घ्यो तेल आदि जो एक महंगाई अज आम लोगों के सिर ते पाई है और पूंजीपतियों का जो साथ दे के इस देश दे विच 1% पूंजीपतियों नूं राज देना चाहुंदे ने और ये इत्थे चाइना ते रशिया वर्गा एक ही बंदे दा राज चाहुंदे ने। उस तरह की नीति जिहड़ी इन्हां ने अपनाई हुई है उस तरह दा देश दे विच लोकतंत्र दा घाण करके अपना देश दे विच राज पैदा करन दा उहदे खिलाफ अज देश भर दे विच कांग्रेस पार्टी ऑल इंडिया कांग्रेस कमेटी दे प्रधान श्रीमती सोनिया गांधी ते राहुल गांधी जी दे सद्दे दे उत्ते अज पूरे देश दे विच उन्हां दा विरोध कीता गया। उहदे तहत हलका फतेहगढ़ साहब दे ब्लॉक सरहंद दे विच इह अज रोस धरना लाया गया सीगा और असीं मंग करते हैं कि जल्दी तो जल्दी कीमतां जिहड़ियां ने इन्हां नूं उत्थे ही लिआंदा जावे जिथे मोदी राज दे विच जदों शुरू होया सी 2014 ते, नहीं तां इह देश मोदी नूं और इस बीजेपी नूं सबक सिखाएगा। ਇਹ ਜਿਹੜਾ ਮੋਦੀ ਸਰਕਾਰ ਨੇ ਲੋਕਾਂ ਤੇ ਔਰ ਗਰੀਬ ਤਬਕੇ ਤੇ ਔਰ ਸਾਰੇ ਕਿਸਾਨ ਭਾਈਆਂ ਤੇ ਮਜ਼ਦੂਰ ਭਾਈਆਂ ਤੇ ਔਰ ਸਾਰੇ ਬਿਜ਼ਨਸਮੈਨ ਤੇ ਤੇਲ ਦੀ ਜਿਹੜਾ ਇਹ ਰੇਟ ਵਧਾ ਕੇ ਕੀਤਾ, ਅਸੀਂ ਸਾਰੇ ਅੱਜ ਪੂਰੀ ਕਾਂਗਰਸ ਕਮੇਟੀ ਇਹਦੀ ਨਿੰਦਾ ਕਰਦੀ ਹੈ। ਸਾਡੇ ਮਾਨਯੋਗ MLA ਸਾਹਿਬ MP ਸਾਹਿਬ ਸਾਡੇ ਜ਼ਿਲ੍ਹੇ ਪ੍ਰਧਾਨ ਔਰ ਸਾਰੇ ਸਾਡੇ MC ਸਾਥੀ ਔਰ ਪੰਚ ਸਰਪੰਚ ਅੱਜ ਅਸੀਂ ਇਕੱਠੇ ਹੋ ਕੇ ਇੱਥੇ GT ਰੋਡ ਤੇ ਰੋਡ ਜਾਮ ਕਰਕੇ ਮੁਜ਼ਾਹਰਾ ਕੀਤਾ ਔਰ ਆਉਣ ਵਾਲੇ ਟਾਈਮ 'ਚ ਜੇ ਰੇਟ ਨਾ ਘਟਾਏ ਜਿੱਥੇ ਰਸੋਈਆਂ ਗੈਸਾਂ ਦੇ 1000 ਰੁਪਏ ਦੇ ਉੱਪਰ ਸਿਲੰਡਰ ਪਹੁੰਚ ਗਿਆ ਅਸੀਂ ਗਾਹਾਂ ਨੂੰ ਇਹ ਸੰਘਰਸ਼ ਹੋਰ ਤੇਜ਼ ਕਰਾਂਗੇ ਔਰ MLA ਸਾਹਿਬ ਦੀ ਨਾਗਰਾ ਸਾਹਿਬ ਦੀ ਰਹਿਨੁਮਾਈ 'ਚ ਅਸੀਂ ਧਰਨਾ ਲਾਇਆ ਔਰ ਜੋ ਵੀ ਪਾਰਟੀ ਦਾ ਹੋਰ ਉਦੇਸ਼ ਹੋਊ ਅਸੀਂ ਵੱਧ ਚੜ੍ਹ ਕੇ ਸਾਰੇ ਸਾਥੀ ਉਹਨੂੰ ਕਰਾਂਗੇ ਔਰ ਮੋਦੀ ਸਰਕਾਰ ਨੂੰ ਇਹਦੀ ਨੀਹਾਂ ਅਸੀਂ ਸੋ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕਾਂਗਰਸ ਦੀ ਪਾਰਟੀ ਜੋ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਗਰਾਊਂਡ ਜ਼ੀਰੋ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਕੁਲਦੀਪ ਸਾਡੇ ਸਹਿਯੋਗੀ ਜੁੜ ਚੁੱਕੇ ਨੇ। ਕੁਲਦੀਪ, ਕਾਂਗਰਸ ਪਾਰਟੀ ਦੇ ਦੁਆਰਾ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ ਤੇ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਨੇ ਉਹ ਦਿਨ ਬ ਦਿਨ ਵਿਗੜਦੀਆਂ ਜਾ ਰਹੀਆਂ ਨੇ। ਮਹਿੰਗਾਈ ਦਾ ਜੋ ਵੱਡਾ ਵਾਧਾ ਕੀਤਾ ਜਾ ਰਿਹਾ ਜਿਸ ਦੇ ਕਾਰਨ ਆਮ ਜਨਤਾ ਤੇ ਭਾਰੀ ਅਸਰ ਪੈ ਰਿਹਾ ਤੇ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ जो है रोस प्रदर्शन किया केंद्र सरकार के खिलाफ अपना विरोध जाहिर किया। इसनूं लेके होर की अपडेट्स ने? कोई शक नहीं है पिछले कुछ दिनों के ही जो पेट्रोल ते डीजल दी कीमतां लगातार वध रही ने। जेकर इन्हां तेल की गल की जाए तो इस तेल उपर तेल दी कीमतां वधन दे नाल हर एक चीज़ का रेट वधदा है। तेल की कीमत कारण हर एक चीज़ के रेट उपर फर्क पैंदा है। जिस तरीके केंद्र सरकार द्वारा जो पेट्रोल का
ਰੇਟ ਹੈਗਾ ਪੰਜਾਬ ਦੇ ਵਿੱਚ ਉਹ ਹੁਣ 100 ਤੋਂ ਪਾਰ ਹੋ ਚੁੱਕਾ ਹੈਗਾ, ਜਿਹੜਾ 90 ਤੋਂ ਪਾਰ ਹੋ ਚੁੱਕਾ ਗਾ। ਇਸ ਕਰਕੇ ਇਹਦੇ ਨਾਲ ਹੁਣ ਟਰਾਂਸਪੋਰਟਰ ਦੇ ਉੱਪਰ ਅਸਰ ਪੈਂਦਾ ਗਾ। ਜੇਕਰ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਵੇਗਾ ਤਾਂ ਉਹਦੇ ਨਾਲ ਟਰਾਂਸਪੋਰਟ ਦਾ ਵੀ ਜਿਹੜਾ ਖਰਚਾ ਵਧੇਗਾ, ਤੇ ਜਦੋਂ ਟਰਾਂਸਪੋਰਟ ਦਾ ਖਰਚਾ ਵਧੇਗਾ, ਜਿਹੜੀਆਂ ਚੀਜ਼ਾਂ ਇੱਧਰ ਉੱਧਰ ਜਾਂਦੀਆਂ ਨੇ ਟਰਾਂਸਪੋਰਟ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਿਨ੍ਹਾਂ ਨੂੰ ਲਿਜਾਇਆ ਜਾਂਦਾ ਗਾ, ਉਹਨਾਂ ਦੇ ਰੇਟ ਦੇ ਵਿੱਚ ਵੀ ਫਰਕ ਪਵੇਗਾ। ਇਸ ਕਰਕੇ ਆਮ ਲੋਕਾਂ ਦੇ ਉੱਪਰ ਸਿੱਧੇ ਤਰੀਕੇ ਨਾਲ ਵੀ ਇਸ ਚੀਜ਼ ਦਾ ਅਸਰ ਪੈਂਦਾ ਤੇ ਅਸਿੱਧੇ ਤਰੀਕੇ ਨਾਲ ਵੀ ਅਸਰ ਪੈਂਦਾ। ਬੀਤੀ ਦਿਨੀ ਜਿਹੜਾ ਹੈਗਾ ਸਿਲੰਡਰਾਂ ਦਾ ਜਿਹੜਾ ਗੈਸ ਸਿਲੰਡਰ ਜਿਹੜਾ ਕਿਸੇ ਟਾਈਮ 350 ਜਾਂ 400 ਦੇ ਕਰੀਬ ਰੇਟ ਹੁੰਦਾ ਸੀ, ਉਸ ਟਾਈਮ ਤੇ ਜਦੋਂ ਮੋਦੀ ਸਰਕਾਰ ਨਹੀਂ ਸੀ, ਸੈਂਟਰ ਦੇ ਵਿੱਚ UPA ਦੀ ਸਰਕਾਰ ਸੀਗੀ, ਉਸ ਟਾਈਮ ਤੇ ਇਸ NDA ਵੱਲੋਂ ਜਿਹੜਾ ਕਿ ਸੈਂਟਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾਂਦੀ ਸੀ। ਪੈਟਰੋਲ ਅਤੇ ਡੀਜ਼ਲ ਦੀ ਰੇਟ ਨੂੰ ਲੈ ਕੇ ਵੀ ਜਿਹੜੀ ਸਾਡੀ ਸੈਂਟਰ ਦੇ ਵਿੱਚ ਕੈਬਨਿਟ ਮੰਤਰੀ ਸਮ੍ਰਿਤੀ ਈਰਾਨੀ ਨੇ ਮਨਮੋਹਨ ਸਿੰਘ ਨੂੰ ਇੱਕ ਚੂੜੀਆਂ ਦਾ ਜਿਹੜਾ ਹੈਗਾ ਉਹ ਵੀ ਬੰਡਲ ਵੀ ਭੇਜਿਆ ਸੀ ਕਿ ਵੀ ਤੁਸੀਂ ਚੂੜੀਆਂ ਪਾ ਲਓ ਕਿਉਂਕਿ ਤੁਹਾਡੇ ਕੰਟਰੋਲ ਦੇ ਵਿੱਚ ਮਹਿੰਗਾਈ ਨਹੀਂ ਹੈ। ਉਸੇ ਤਰੀਕੇ ਨਾਲ ਅੱਜ ਉਹ ਸੱਤਾ ਦੇ ਵਿੱਚ ਨੇ, ਕਾਂਗਰਸ ਪਾਰਟੀ ਸੱਤਾ ਤੋਂ ਬਾਹਰ ਹੈਗਾ। ਇਸ ਕਰਕੇ ਹੁਣ ਕੇਂਦਰ ਸਰਕਾਰ ਇਸ ਉੱਪਰ ਕੁਝ ਵੀ ਨਹੀਂ ਕਰ ਰਹੀ। ਜਿਹੜੀ ਮਹਿੰਗਾਈ ਆ ਜਿਸ ਤਰੀਕੇ ਨਾਲ ਕਾਂਗਰਸ ਦੁਆਰਾ ਕੰਟਰੋਲ ਦੇ ਵਿੱਚ ਸੀ ਜਾਂ ਉਹਨਾਂ ਦੇ ਸਮੇਂ ਵਿੱਚ ਮਹਿੰਗਾਈ ਕਾਫੀ ਘੱਟ ਸੀ, ਉਹ ਜਿਹੜੀ ਹੁਣ ਲੱਗਦਾ ਵੀ BJP ਸਰਕਾਰ ਉਹਦੇ ਉੱਪਰ ਕਿਤੇ ਨਾ ਕਿਤੇ ਫੇਲ ਹੋ ਚੁੱਕੀ ਆ। ਉਹਨਾਂ ਦੇ ਕੰਟਰੋਲ ਦੇ ਵਿੱਚ ਇਹ ਚੀਜ਼ ਨਹੀਂ ਰਹੀ। ਇਸੇ ਚੀਜ਼ ਨੂੰ ਬੇਸ ਬਣਾ ਕੇ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਵਿਧਾਇਕ ਰਹਿ ਚੁੱਕੇ ਕੁਲਜੀਤ ਸਿੰਘ ਨਾਗਰਾ, ਇਸ ਤੋਂ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਤੇ ਹੁਣ ਵੀ ਇੱਥੋਂ ਜਿਹੜਾ ਪੂਰੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ ਆ, ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਨੂੰ ਇਕੱਠੇ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਜਿੱਥੇ ਕਿ ਉਹਨਾਂ ਨੇ ਮੁੱਖ ਮੁੱਦਾ ਮਹਿੰਗਾਈ ਰੱਖਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹਰ ਇੱਕ ਚੀਜ਼ ਦੇ ਰੇਟ ਵੱਧ ਰਿਹਾ। ਜੇਕਰ ਅਮੁਲ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੁਆਰਾ ਵੀ 1 ਲੀਟਰ ਪ੍ਰਤੀ ਮਗਰ 2 ਰੁਪਏ ਦਾ ਜਿਹੜਾ ਵਾਧਾ ਕੀਤਾ ਗਿਆ ਗਾ। ਉਸ ਦੇ ਨਾਲ ਹੀ ਗੈਸ ਸਿਲੰਡਰ ਦੀ ਜਿਸ ਤਰੀਕੇ ਨਾਲ ਤੁਹਾਡੇ ਕੋਲ ਅਸੀਂ ਜ਼ਿਕਰ ਕੀਤਾ ਗਾ ਉਹਦੇ ਵਿੱਚ ਵੀ ਵਾਧਾ ਕੀਤਾ ਗਿਆ। ਪੈਟਰੋਲ ਡੀਜ਼ਲ ਦਾ ਜਿਹੜਾ ਉਹਦੇ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸੇ ਤਰੀਕੇ ਨਾਲ ਹਰ ਇੱਕ ਚੀਜ਼ ਦੀ ਜਿਸ ਤਰੀਕੇ ਨਾਲ ਮਹਿੰਗਾਈ ਦੇ ਵਿੱਚ ਮਹਿੰਗਾਈ ਹੋਣ ਕਾਰਨ ਆਮ ਬੰਦਿਆਂ ਦੀ ਬੱਸ ਦੇ ਵਿੱਚੋਂ ਬਾਹਰ ਜਾ ਰਹੀ ਆ। ਜੇਕਰ ਹੁਣ ਸਰੋਂ ਦੇ ਤੇਲ ਦੀ ਗੱਲ ਕੀਤੀ ਜਾਵੇ ਤਾਂ ਉਹ 200 ਪਲੱਸ ਜਿਹੜਾ ਉਹਦਾ ਰੇਟ ਹੋ ਚੁੱਕਿਆ ਗਿਆ। ਇਸ ਕਰਕੇ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮਹਿੰਗਾਈ ਦੇ ਮੁੱਦੇ ਨੂੰ ਬੇਸ ਬਣਾ ਕੇ, ਡੀਜ਼ਲ ਅਤੇ ਪੈਟਰੋਲ ਦੇ ਮੁੱਦੇ ਨੂੰ ਬੇਸ ਬਣਾ ਕੇ ਇਹ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਉਂਕਿ ਜੇਕਰ ਪੈਟਰੋਲ ਅਤੇ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਇਹ ਸਿੱਧਾ ਕਿਸਾਨਾਂ ਨਾਲ ਵੀ ਜੁੜਿਆ ਹੋਇਆ ਹੈਗਾ ਮਸਲਾ, ਕਿਉਂਕਿ ਝੋਨੇ ਦੀ ਬਿਜਾਈ ਆ, ਖੇਤਾਂ ਦੇ ਵਿੱਚ ਕੰਮ ਚੱਲ ਰਿਹਾ ਹੈਗਾ। ਕਿਸਾਨ ਆਪਣੇ ਟਰੈਕਟਰਾਂ ਨਾਲ ਖੇਤ ਵਾਹੁੰਦੇ ਨੇਗੇ ਜਾਂ ਉਹਨਾਂ ਦੇ ਟਰੈਕਟਰਾਂ ਦੇ ਰਾਹੀਂ ਹੀ ਕੰਮਕਾਰ ਜਿਹੜਾ ਕਰਨਾ ਪੈਂਦਾ ਹੈਗਾ ਖੇਤੀਬਾੜੀ ਦਾ। ਉਸ ਕਰਕੇ ਹੁਣ ਉਹਨਾਂ ਕੋਲੇ ਡੀਜ਼ਲ ਨੂੰ ਖਰੀਦਣ ਲਈ ਵੀ ਪੈਸੇ ਨਹੀਂ ਹੈਗੇ। ਇਹ ਆਮ ਕਿਸਾਨਾਂ ਦੀ ਵੀ ਧਾਰਨਾ ਵੀ ਜੇਕਰ ਇੱਕ ਕਿਸਾਨ ਪਹਿਲਾਂ 2 ਢੋਲ ਲੈ ਕੇ ਆਉਂਦੇ ਸੀ ਤਾਂ ਉਹ 1 ਲੈ ਕੇ ਆ ਰਿਹਾ ਹੈਗਾ ਡੀਜ਼ਲ ਦਾ। ਜੇਕਰ ਉਹ 1 ਡੀਜ਼ਲ ਦਾ ਢੋਲ ਭਰਾ ਕੇ ਲੈ ਕੇ ਆਉਂਦਾ ਸੀ ਤਾਂ ਉਹ ਹੁਣ ਅੱਧਾ ਜਾਂ ਪੌਣਾ ਢੋਲ ਹੀ ਲੈ ਕੇ ਆ ਰਿਹਾ ਹੈਗਾ। ਇਸ ਕਰਕੇ ਕੇਂਦਰ ਸਰਕਾਰ ਦੁਆਰਾ ਜਿਸ ਤਰੀਕੇ ਨਾਲ ਮਹਿੰਗਾਈ ਵਧਾਈ ਗਈ ਆ, ਉਹਦੇ ਨਾਲ ਸਿੱਧਾ ਪੰਜਾਬ ਦੇ ਪਿੰਡਾਂ ਦੇ ਵਿੱਚ, ਪੰਜਾਬ ਦੇ ਖੇਤਾਂ ਦੇ ਵਿੱਚ ਖੇਤੀਬਾੜੀ ਤੇ ਕਿਸਾਨਾਂ ਦੇ ਉੱਪਰ ਸਿੱਧਾ ਇਸ ਦਾ ਅਸਰ ਪੈ ਰਿਹਾ ਹੈ। ਜੀ ਕੁਲਦੀਪ, ਜੇ ਗੱਲ ਕਰੀਏ LPG ਗੈਸ ਦੀ ਤਾਂ LPG ਦਾ ਵੀ ਜੋ ਹੈ ਰੇਟ ਵਧਾ ਦਿੱਤਾ ਤੇ ਘਰ ਦੇ ਵਿੱਚ ਇਸਦਾ ਆਰਥਿਕ ਬੋਝ ਜੋ ਆਮ ਪਰਿਵਾਰਾਂ ਨੂੰ ਝੱਲਣਾ ਪੈ ਰਿਹਾ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤੇਲ ਕੀਮਤਾਂ ਦੀ, ਤੇਲ ਕੀਮਤਾਂ ਦਾ ਤਾਂ ਰਿਕਾਰਡ ਹੀ ਟੁੱਟਦਾ ਜਾ ਰਿਹਾ। ਪੈਟਰੋਲ ਜੋ ਹੈ 100 ਤੋਂ ਪਾਰ ਹੋ ਗਿਆ ਤੇ ਡੀਜ਼ਲ ਵੀ 100 ਦੇ ਕਰੀਬ ਪਹੁੰਚਣ ਹੀ ਵਾਲਾ। ਜੇ ਇਹੀ ਨੀਤੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਕਿ ਜੋ ਡੀਜ਼ਲ ਆ ਉਹ 100 ਰੁਪਏ ਪ੍ਰਤੀ ਲੀਟਰ ਹੋ ਜਾਊਗਾ। ਤੇ ਜੇ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਦਾ ਝੋਨਾ ਲਗਾਉਣਾ ਬਹੁਤ ਮੁਸ਼ਕਿਲ ਹੋਏਗਾ। ਜਨਰੇਟਰ ਲਾਉਣ ਤਾਂ ਦੂਰ ਦੀ ਗੱਲ ਹੈ, ਕਿਸਾਨਾਂ ਦਾ ਇਹ ਕਹਿਣਾ ਕਿ ਟਰੈਕਟਰਾਂ ਦੇ ਵਿੱਚ ਵੀ ਤੇਲ ਨਹੀਂ ਪੂਰਾ ਹੋ ਰਿਹਾ ਤੇ ਜੋ ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਤੇ ਇਸੇ ਮਹਿੰਗਾਈ ਦੇ ਵਿਰੋਧ ਕਰਨ ਦੇ ਲਈ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਤਾਂ ਇਸ ਦੌਰਾਨ ਕੀ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ ਹੈ ਉੱਤੇ ਰੋਸ ਪ੍ਰਦਰਸ਼ਨ ਦੇ ਵਿੱਚ? ਦੇਖੋ, ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਇੱਕ ਇਹ ਪ੍ਰੋਗਰਾਮ ਸੱਦਿਆ ਗਿਆ ਸੀ ਜਿਹਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਸ਼ਾਮਲ ਕੀਤੇ ਗਏ ਸੀਗੇ। ਪਰ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵਿੱਚ ਜਿਹੜਾ ਕਿਸਾਨ ਸੈੱਲ ਬਣਿਆ, ਹਰ ਇੱਕ ਪਾਰਟੀ ਦੇ ਵਿੱਚ ਹੁੰਦਾ ਆਪਣਾ ਕਿਸਾਨ ਸੈੱਲ ਜਾਂ ਜਿਹੜੇ ਵੀ ਇਹਨਾਂ ਦੇ ਸੈੱਲ ਬਣੇ ਨੇ, ਕਿਸਾਨ ਸੈੱਲ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਨੇਗੇ। ਉਹਨਾਂ ਨੇ ਜਿਹੜਾ ਮੁੱਖ ਮੁੱਦਾ ਇਹੀ ਰੱਖਿਆ ਕਿ ਡੀਜ਼ਲ ਦੇ ਉੱਪਰ ਹੀ ਸਾਡੀ ਕਿਸਾਨੀ ਖੜੀ ਹੈਗੀ ਤੇ ਕਿਸਾਨੀ ਦਾ ਜਿਹੜਾ ਪਹਿਲਾਂ ਹੀ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਚੀਜ਼ ਦਾ ਪੰਜਾਬ ਦੀ ਕਿਸਾਨੀ ਦੇ ਉੱਪਰ, ਪੰਜਾਬ ਦੇ ਕਿਸਾਨਾਂ ਦੇ ਉੱਪਰ ਅਸਰ ਪਿਆ ਹੈਗਾ। ਉਹ ਕਹਿੰਦੇ ਸਾਨੂੰ ਪਹਿਲਾਂ ਵੀ ਇਹ 3 ਕਾਲੇ ਕਾਨੂੰਨ ਲਿਆ ਕੇ ਕੇਂਦਰ ਸਰਕਾਰ ਨੇ ਕਿਤੇ ਨਾ ਕਿਤੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਨ ਦਾ ਕੰਮ ਕੀਤਾ ਹੈਗਾ। ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ, ਕਿਉਂਕਿ ਡੀਜ਼ਲ ਸਿੱਧਾ ਹੀ ਖੇਤੀ ਦੇ ਨਾਲ ਨਿਰਭਰ ਹੈ, ਸਿੱਧਾ ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਨੇ, ਕਿਉਂਕਿ ਜੇਕਰ ਖੇਤ ਦੇ ਵਿੱਚ ਟਰੈਕਟਰ ਚੱਲੇਗਾ ਤਾਂ ਹੀ ਖੇਤੀ ਹੋਵੇਗੀ ਤੇ ਟਰੈਕਟਰ ਚੱਲਣ ਲਈ ਡੀਜ਼ਲ ਦੀ ਜ਼ਰੂਰਤ ਹੈ। ਪਰ ਡੀਜ਼ਲ ਹੁਣ ਕਿਸਾਨ ਦੀ, ਆਮ ਜਿਹੜਾ ਛੋਟਾ ਕਿਸਾਨ ਹੈਗਾ ਉਹਦੀ ਪਹੁੰਚ ਤੋਂ ਬਾਹਰ ਜਾਂਦਾ ਕਿਤੇ ਨਾ ਕਿਤੇ ਵਿਖਾਈ ਦੇ ਰਿਹਾ ਹੈ। ਇਸ ਕਰਕੇ ਕਿਸਾਨਾਂ ਕੋਲ ਆਪਣੇ ਉਹ ਨਾਲ ਇਹ ਵੀ ਕਹਿੰਦੇ ਨੇ ਕਿ ਵੀ ਸਾਡੀ ਰੇਹ ਸਪਰੇਅ ਦਾ ਜਿਹੜਾ ਖਰਚਾ ਉਹ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਕਰਕੇ ਖੇਤੀ ਨੂੰ ਹੁਣ ਕਿਤੇ ਨਾ ਕਿਤੇ ਕਿਸਾਨ ਇਹ ਮੰਨਦੇ ਵੀ ਇਹ ਘਾਟੇ ਦਾ ਧੰਦਾ ਰਹਿ ਗਿਆ ਹੈ। ਇਸ ਕਰਕੇ ਅਸੀਂ ਖੇਤੀ ਕਰਨ ਤੋਂ ਅਸਮਰਥ ਹਾਂ ਤੇ ਕੇਂਦਰ ਸਰਕਾਰ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਈ ਆ, ਹੁਣ ਇਹ ਨਵੇਂ ਜਿਹੜੇ ਰੇਟ ਲੈ ਕੇ ਆਈ ਆ ਡੀਜ਼ਲ ਦੇ ਕਹਿ ਲਈਏ, ਚਾਹੇ ਪੈਟਰੋਲ ਦੀ ਗੱਲ ਕਰ ਲਈਏ, ਚਾਹੇ
ਰੇ ਸਪਰੇਅ ਦੀ ਗੱਲ ਕਰੀ ਤਾਂ ਇਸ ਕਰਕੇ ਕਿਸਾਨਾਂ ਦੁਆਰਾ ਇਹ ਸਰੇਆਮ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਆ ਅਤੇ ਉਹ ਕਹਿ ਰਹੇ ਆ ਕਿ ਇਸ ਕਰਕੇ ਸਾਡੇ ਲਈ ਕਿਸਾਨੀ ਜਿਹੜੀ ਹੈਗੀ ਆ ਤੇ ਖੇਤੀ ਕਰਨੀ ਬਹੁਤ ਮੁਸ਼ਕਲ ਹੋ ਰਹੀ ਹੈ, ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੁਆਰਾ ਮਹਿੰਗਾਈ ਦਿਨ ਬ ਦਿਨ ਵਧਾਈ ਜਾ ਰਹੀ ਹੈ। ਜੀ ਕੁਲਦੀਪ, ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਜੋ ਹੈ ਸਮਰਥਨ ਦੇ ਵਿੱਚ ਆਈ ਸੀ ਜਦੋਂ ਖੇਤੀ ਕਾਨੂੰਨ ਲਾਗੂ ਹੋਏ ਸੀ, ਤੇ ਹੁਣ ਵੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਕਹਿਣ ਤੇ ਜੋ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਤੇ ਇੱਕ ਪਾਸੇ ਤਾਂ ਕਿਸਾਨ ਜੋ ਹਨ ਪਹਿਲਾਂ ਹੀ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਤੇ ਲਗਭਗ ਜੋ ਹੈ 8 ਮਹੀਨੇ ਹੋਣ ਵਾਲੇ ਨੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਆ, ਤੇ ਹੁਣ ਰੋਸ ਪ੍ਰਦਰਸ਼ਨ ਜੋ ਹੈ ਮਹਿੰਗਾਈ ਦੇ ਖਿਲਾਫ ਕੀਤਾ ਜਾ ਰਿਹਾ ਤੇ 7 ਮਹੀਨੇ ਦਾ ਅੰਦੋਲਨ ਨੂੰ ਚੱਲਦਿਆਂ ਹੋ ਗਿਆ, ਕੇਂਦਰ ਸਰਕਾਰ ਨੇ ਉਸ ਦਾ ਕੋਈ ਨਹੀਂ ਸਿੱਟਾ ਕੱਢਿਆ ਤੇ ਇਸ ਤਰੀਕੇ ਦੇ ਵੀ ਜੋ ਹੈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਮਹਿੰਗਾਈ ਦੇ ਖਿਲਾਫ। ਕੀ ਲੱਗਦਾ ਹੈ ਕਿ ਇਹਨਾਂ ਸਭ ਦਾ ਕਿਸਾਨਾਂ ਦਾ ਜੋ ਹੈ ਦਬਾਅ ਕੇਂਦਰ ਸਰਕਾਰ ਤੇ ਬਣੇਗਾ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਦੇ ਸਕਦੀ ਹੈ? ਦੇਖੋ ਮਨਪ੍ਰੀਤ, ਜੇਕਰ ਤੁਸੀਂ ਇਹ ਸੱਚ ਆ ਗੱਲ ਵੀ ਕੇਂਦਰ ਸਰਕਾਰ ਦਾ ਰਵੱਈਏ ਦੇ ਵਿੱਚ ਖੇਤੀ ਕਾਨੂੰਨ ਨੂੰ ਲੈ ਕੇ ਕੋਈ ਜ਼ਿਆਦਾ ਫਰਕ ਨਹੀਂ ਪਿਆਗਾ, ਪਰ ਦਬਾਅ ਕਿਤੇ ਨਾ ਕਿਤੇ ਸਰਕਾਰ ਇਸ ਚੀਜ਼ ਦਾ ਮੰਨ ਰਹੀ ਹੈਗੀ। ਜੇਕਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਬੰਗਾਲ ਦੇ ਵਿੱਚ ਜਿਸ ਤਰੀਕੇ ਨਾਲ ਚੋਣਾਂ ਦੇ ਰਿਜ਼ਲਟ ਆਏ, ਕਿਸਾਨ ਉੱਥੇ ਪਹੁੰਚੇ ਸੀ, ਉਹਨਾਂ ਨੇ ਸ਼ਰੇਆਮ ਕਿਹਾ ਸੀ ਵੀ ਅਸੀਂ ਬੀਜੇਪੀ ਨੂੰ ਉੱਥੋਂ ਨਹੀਂ ਜਿੱਤਣ ਦੇਣਾ। ਉਸ ਤੋਂ ਬਾਅਦ ਯੂਪੀ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ, ਉੱਥੇ ਵੀ ਕਿਸਾਨ ਪਹੁੰਚੇ। ਉੱਥੇ ਜਿਹੜਾ ਹੈਗਾ ਹਾਲਾਂਕਿ ਕਿਸਾਨ ਉਸ ਤਰੀਕੇ ਨਾਲ ਉੱਥੇ ਪ੍ਰਚਾਰ ਕਰਨ ਲਈ ਗਏ ਜਿਸ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਗਏ ਸੀ, ਪਰ ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ, ਉੱਥੋਂ ਹੀ ਆਉਂਦੇ ਨੇ, ਉੱਥੋਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਜਨ ਸਭਾ ਨੂੰ ਸੁਣਨ ਲਈ ਆਉਂਦੇ ਨੇ। ਇਸ ਕਰਕੇ ਉਸ ਚੀਜ਼ ਦਾ ਅਸਰ ਉਹਨਾਂ ਦੀ ਯੂਪੀ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਦੇ ਉੱਪਰ ਵੀ ਪਿਆ ਗਾ। ਇਸ ਕਰਕੇ ਸਰਕਾਰ ਇਸ ਚੀਜ਼ ਦਾ ਦਬਾਅ ਮੰਨਦੀ ਹੈ ਕਿਉਂਕਿ ਅਗਲੇ ਸਾਲ ਹੁਣ ਉਹਦੇ ਵਿੱਚ ਨਵੇਂ ਇਲੈਕਸ਼ਨਾਂ ਹੋਣਗੀਆਂ। ਨਵੀਆਂ ਇਲੈਕਸ਼ਨਾਂ ਦੇ ਵਿੱਚ ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਸਿਰਫ 6 ਜਾਂ 7 ਮਹੀਨੇ ਦੇ ਵਿੱਚ ਅਗਲੇ ਮਹੀਨੇ ਅਗਲੇ ਸਾਲ ਜਿਹੜਾ ਹੈਗਾ ਸਾਲ ਦੇ ਸ਼ੁਰੂਆਤ ਵਿੱਚ 5 ਸੂਬਿਆਂ ਦੇ ਵਿੱਚ ਨਵੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ। ਇਸ ਕਰਕੇ ਸਰਕਾਰ ਨੂੰ ਪੱਛਮੀ ਬੰਗਾਲ ਵਾਲੀ ਜਿਹੜੀ ਗਲਤੀ ਕੀਤੀ ਆ ਉਸ ਚੀਜ਼ ਦਾ ਅਹਿਸਾਸ ਵੀ ਆ ਅਤੇ ਕਿਸਾਨਾਂ ਦੀ ਤਾਕਤ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਵੀ ਆ। ਹਾਲਾਂਕਿ ਇਹਦੇ ਵਿੱਚ ਇਸ ਚੀਜ਼ ਦੇ ਵਿੱਚ ਵੀ ਸੱਚਾਈ ਆ ਵੀ ਸਰਕਾਰ ਨੇ ਜ਼ਿਆਦਾ ਕੋਈ ਨਹੀਂ ਚੁੱਕਿਆ, ਪਰ ਪਹਿਲੀ ਗੱਲ ਇਹ ਵੀ ਹੈ ਜਿਸ ਤਰੀਕੇ ਨਾਲ ਤੁਸੀਂ ਦਬਾਅ ਦੀ ਗੱਲ ਕੀਤੀ ਆ ਤਾਂ ਪਹਿਲਾਂ ਤਾਂ ਸਰਕਾਰ ਦੁਆਰਾ ਖੇਤੀ ਕਾਨੂੰਨ ਲਿਆਂਦੇ ਗਏ ਸੀ, ਉਹ ਕਹਿੰਦੇ ਸੀ ਵੀ ਇਹਦੇ ਵਿੱਚ ਕਿਸੇ ਤਰੀਕੇ ਦੀ ਅਸੀਂ ਕੋਈ ਬਦਲਾਵ ਹੀ ਨਹੀਂ ਕਰਨਾ, ਪਰ ਸਰਕਾਰ ਨੇ ਖੁਦ ਵੀ ਮੰਨੀਆਂ ਵੀ ਇਹਦੇ ਵਿੱਚ ਸਾਡੀਆਂ ਗਲਤੀਆਂ ਨੇ, ਤੁਸੀਂ ਸਾਨੂੰ ਦੱਸੋ। ਤੇ ਉਹ 8 ਤੋਂ ਸ਼ਾਇਦ 15 ਤੱਕ ਵੀ ਜਿਹੜਾ ਉਹ ਅਮੈਂਡਮੈਂਟ ਕਰਨ ਦੇ ਵਿੱਚ ਵੀ ਤਿਆਰ ਹੋ ਗਈ ਸੀ ਵੀ ਅਸੀਂ ਇਹਦੇ ਵਿੱਚ ਸੋਧਾ ਕਰਾਂਗੇ। ਉਹ ਕਿ ਸਰਕਾਰ ਉੱਪਰ ਕਿਸਾਨਾਂ ਦਾ ਦਬਾਅ ਹੀ ਸੀਗਾ ਨਾ, ਬਿਨਾਂ ਦਬਾਅ ਤੋਂ ਤਾਂ ਇਹ ਚੀਜ਼ ਪੋਸੀਬਲ ਹੀ ਨਹੀਂ ਸੀ। ਉਸੇ ਤਰੀਕੇ ਨਾਲ ਜੇਕਰ ਹੁਣ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਲਗਾਤਾਰ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉਸ ਕਰਕੇ ਸਰਕਾਰ ਕਿਸਾਨਾਂ ਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਆਪਣਾ ਦਬਾਅ ਮਹਿਸੂਸ ਕਰੇਗੀ। ਜੀ ਕੁਲਦੀਪ, ਤਮਾਮ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਲਾਕਡਾਊਨ ਦੀਆਂ ਸਖਤ ਬੰਦਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ 2021 ਜੂਨ ਦੇ ਦੌਰਾਨ GST ਬਕਾਏ ਦੀ ਅਦਾਇਗੀ ਸਮੇਂ ਦੇ ਸਿਰ ਕਰਕੇ ਸ਼ਾਨਦਾਰ ਇੱਕ ਸਮਰਥ ਦਿਖਾਈ ਹੈ ਤੇ ਦੇ ਨਤੀਜੇ ਦੇ ਵਜੋਂ ਜੂਨ 2021 ਦੇ ਮਹੀਨੇ ਦੇ ਵਿੱਚ ਜੋ GST ਤੋਂ ਮਾਲੀ ਇਕੱਤਰ ਹੋਈ ਹੈ ਉਹ ਹੈ 1087 ਕਰੋੜ ਰੁਪਈਆ, ਜੋ ਕਿ ਪਿਛਲੇ ਸਾਲ ਜੂਨ 2020 ਦੇ ਵਿੱਚ ਜੋ ਹੈ 869.66 ਕਰੋੜ ਰੁਪਏ ਦੀ ਮਾਲੀਆ ਇਕੱਤਰ ਹੋਈ ਸੀ। ਤੇ ਕਰ ਵਿਭਾਗ ਦੇ ਬੁਲਾਰੇ ਨੇ ਇਸ ਸੰਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ GST ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਦੇ ਵਿੱਚ 25.26% ਵੱਧ ਮਾਲੀਆ ਪ੍ਰਾਪਤ ਹੋਇਆ। ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਉਣ ਅਤੇ ਕੁਸ਼ਲਤਾ ਦੇ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਅਤੇ ਇਸ ਦੇ ਡਾਟਾਬੇਸ ਨੂੰ INC ਕਾਊਂਟਰ ਮਦਰਾਸ ਨਵੀਂ ਦਿੱਲੀ ਤੋਂ ਸਟੇਟ ਡਾਟਾ ਸੈਂਟਰ ਮੋਹਾਲੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਇਸ ਜਾਣਕਾਰੀ ਵਧੀਕ ਮੁੱਖ ਸਕੱਤਰ ਮਾਲ ਪੰਜਾਬ ਰਵਨੀਤ ਕੌਰ ਨੇ ਦਿੱਤੀ ਤੇ ਮੁੱਖ ਸਕੱਤਰ ਮਾਲ ਨੇ ਦੱਸਿਆ ਕਿ ਸਿਸਟਮ ਤਬਦੀਲ ਕਰਨ ਦਾ ਕੰਮ ਸੁਚਾਰੂ ਢੰਗ ਦੇ ਨਾਲ ਚੱਲ ਰਿਹਾ ਤੇ ਇਹ ਸਾਰੀ ਪ੍ਰਕਿਰਿਆ ਜੋ ਹੈ 5 ਜੁਲਾਈ 2021 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ 2021 ਜੁਲਾਈ 11 ਤੱਕ ਲੋੜੀਂਦਾ ਦਸਤਾਵੇਜ਼ ਸਾਂਝਾ ਕਰਨ ਅਤੇ ਡਾਟਾ ਟੈਸਟ ਜੋ ਉਪਰੰਤ ਵੇਰਵੇ ਵੈਬਸਾਈਟ ਤੇ ਪ੍ਰਕਾਸ਼ਿਤ ਕੀਤੇ ਜਾਣਗੇ ਤੇ ਨਵਾਂ ਸਿਸਟਮ 12 ਜੁਲਾਈ ਤੋਂ ਸਟੇਟ ਡਾਟਾ ਸੈਂਟਰ ਮੋਹਾਲੀ ਤੋਂ ਕਾਰਜਸ਼ੀਲ ਹੋ ਜਾਵੇਗਾ। ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਖੋਖਰ ਦੇ ਨੇੜੇ ਤੇਜ਼ ਰਫ਼ਤਾਰ ਟਿੱਪਰ ਅਤੇ ਕਾਰ ਦੀ ਆਮੋ ਸਾਹਮਣੇ ਇੱਕ ਭਿਆਨਕ ਟੱਕਰ ਹੋ ਗਈ, ਜਿਸ ਦੇ ਵਿੱਚ ਕਾਰ ਦੇ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਘਟਨਾ ਦੇ ਵਿੱਚ 3 ਸਾਲਾ ਇੱਕ ਗੰਭੀਰ ਬੱਚੀ ਹੈ ਜੋ ਰੂਪ ਦੇ ਵਿੱਚ ਜ਼ਖਮੀ ਹੈ ਤੇ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਗੁਰਦਾਸਪੁਰ ਤੋਂ ਕਲਾਨੌਰ ਵੱਲ ਜਾ ਰਹੇ ਸਨ ਅਤੇ ਆਮੋ ਸਾਹਮਣੇ ਟਿੱਪਰ ਦੇ ਨਾਲ ਜੋ ਹੈ ਟੱਕਰ ਹੋ ਚੁੱਕੀ ਹੈ ਤੇ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਇਸ ਤਰ੍ਹਾਂ ਹੋਈ ਆ ਜੀ, ਇਹ ਕਲਾਨੌਰ ਸ਼ਹਿਰ ਤੋਂ ਨਾ ਇੱਕ ਟਿੱਪਰ ਮਿੱਟੀ ਵਾਲੀ ਆ ਰਹੀ 6:20-25 ਮਿੰਟ ਦੀ ਗੱਲ ਆ। ਤੇ ਇਧਰੋਂ ਅਲਟੋ ਕਾਰ ਆ ਰਹੀ ਸੀ ਗੁਰਦਾਸਪੁਰ ਵੱਲੋਂ। ਟਿੱਪਰ ਨੂੰ ਕੋਈ ਜਾਂ ਤਾਂ ਕੋਈ ਝਾਕਾ ਲੱਗਾ ਜਾਂ ਪਤਾ ਨਹੀਂ ਕੀ ਹੋਇਆ, ਉਹਨੇ ਆਪਣੇ ਡਰਾਈਵਰ ਸ਼ਾਇਦ ਕੱਢ ਕੇ ਅਲਟੋ ਕਾਰ ਨੂੰ ਨਾਲ ਹੀ ਲੈ ਕੇ ਧੂ ਕੇ ਤੇ ਜਿਹੜਾ ਵਾ ਉਹ ਆਪਣੇ ਥੱਲੇ ਲੈ ਲਿਆ। ਤੇ ਜਿਹੜਾ ਮੌਕੇ ਦੇ ਉੱਤੇ ਜਿਹੜੇ ਅਲਟੋ ਕਾਰ ਵਾਲੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ। ਉਹਨਾਂ ਦੇ ਵਿੱਚੋਂ ਇੱਕ ਬੱਚੀ ਨੂੰ ਬੜੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਕੱਢ ਕੇ ਸਰਕਾਰੀ ਹਸਪੀਟਲ ਗੁਰਦਾਸਪੁਰ ਭੇਜਤਾ। ਉਹਦੀ ਸ਼ਾਇਦ ਬਚਣ ਦੀ ਕੋਈ ਸੰਭਾਵਨਾ ਹੈ। ਬਾਕੀ ਇਹ ਹਾਦਸਾ ਜਿਹੜਾ ਵਾ ਬਹੁਤ ਖਤਰਨਾਕ ਆ ਤੇ ਬੜੀ ਜਦੋਜਹਿਦ ਦੇ ਨਾਲ 1-2 ਘੰਟੇ ਤੋਂ ਬਾਅਦ ਇਹ ਜਿਹੜੇ ਡੈਥ ਬਾਡੀਆਂ ਨੇ ਇਹ ਜਿਹੜੇ ਥੱਲਿਓਂ ਕੱਢੀਆਂ ਗਈਆਂ ਨੇ। ਚਾਰੇ ਜਾਣੇ ਮੌਕੇ ਤੇ ਮੌਤ ਹੋ ਗਈ। ਜਿਹੜੀ ਗੱਡੀ ਹੈ ਗੁਰਦਾਸਪੁਰ ਵਾਲੀ ਸਾਈਡ ਵਾਲੀ ਤੇ ਇਹ ਗੁਰਦਾਸਪੁਰ ਸਾਈਡ ਤੋਂ ਆ ਰਹੀ ਅਲਟੋ ਕਾਰ। ਟਿੱਪਰ ਕਿੱਧਰੋਂ ਆ ਰਿਹਾ? ਟਿੱਪਰ ਕਲਾਨੌਰ ਸਾਈਡ ਤੋਂ ਆ ਰਿਹਾ। ਪਰ ਆ ਰਿਹਾ ਸੀਗਾ ਤੇ ਸ਼ਾਇਦ ਕਿਸੇ ਦੂਸਰੇ ਵਹੀਕਲ ਦਾ ਝਾਕਾ ਲੱਗਾ ਵਾ। ਗੁਰਦਾਸਪੁਰ ਸਾਈਡ ਤੇ ਇੱਕ ਆਲਟੋ ਕਾਰ ਆ ਰਹੀ ਸੀ EB 46 ਨੰਬਰ, ਤਰਨਤਾਰਨ ਸਾਈਡ ਦੀ ਲੱਗਦੀ ਹੈ। ਕਿਸੇ ਨੂੰ ਬਚਾਉਂਦੇ ਆਲਟੋ ਕਾਰ ਦੇ ਵਿੱਚ ਟਿੱਪਰ ਦੀ ਟੱਕਰ ਹੋ ਗਈ, ਜਿਹਦੇ ਵਿੱਚ ਛੋਟਾ ਕੱਟੜਾ ਕਲਾਂ ਸਾਈਡ ਤੇ 4 ਸੀ ਜੋ ਦਵਾਈ ਲੈ ਕੇ ਸ਼ਾਇਦ ਇੱਧਰੋਂ ਗੁਰਦਾਸਪੁਰ ਸਾਈਡ ਤੋਂ ਆ ਰਹੇ ਤੇ ਜਿਨ੍ਹਾਂ ਨੂੰ ਮੌਕੇ ਤੇ ਡੈਥ ਹੋ ਗਈ। ਉਹਨਾਂ ਦੀ 4 ਦੀ ਮੇਬੀ ਸ਼ਾਇਦ ਅਜੇ ਤੱਕ ਤਾਂ ਲੱਗਦਾ ਵੈਸੇ ਹਸਪੀਟਲ ਭੇਜ ਦਿੱਤੇ, ਕਿਸੇ ਦੇ ਸਾਹ ਨਹੀਂ ਸੀ ਚੱਲ ਰਹੇ। ਬੱਚੀ ਕਿਹਨੇ ਭਾਈ? ਇੱਕ ਬੱਚੀ ਸੀ ਉਹ ਇਹਨਾਂ ਦੇ ਵਿੱਚ ਥੱਲੇ ਆ ਗਈ ਸੀ, ਉਹਨੂੰ ਕਾਫੀ ਕਸ਼ਮਕਸ਼ ਦੇ ਨਾਲ ਉਹਨੂੰ ਕੱਢਿਆ ਗਿਆ। ਬੱਚੀ ਦੇ ਸਾਹ ਚੱਲ ਰਹੇ ਸੀਗੀ, ਉਹਨੂੰ ਸਭ ਤੋਂ ਪਹਿਲਾਂ ਸਿਵਲ ਹਸਪੀਟਲ। ਤੁਹਾਡਾ ਕੁਝ ਇੱਕ ਪਰਿਵਾਰ ਦੇ ਮੈਂਬਰ ਸੀ? ਇਹ ਅਜੇ ਤੱਕ ਤੇ ਇੱਕੋ ਪਰਿਵਾਰ ਦੇ ਲੱਗ ਰਹੇ ਆ ਜੀ। ਤੇ ਕੋਈ ਟਿੱਪਰ ਦਾ ਪਤਾ ਲੱਗਾ ਜੀ? ਕੋਈ ਟਿੱਪਰ ਕਿੱਥੋਂ ਦਾ? ਨਹੀਂ ਅਜੇ ਹਾਲ ਦੀ ਘੜੀ ਨਹੀਂ ਕੋਈ ਨੰਬਰ ਨਹੀਂ ਹੈਗਾ ਕਰਕੇ ਆਇਡੈਂਟੀਫਾਈ ਤੇ ਟਿੱਪਰ ਦੇ ਮਾਲਕਾਂ ਬਾਰੇ। ਅੱਜ ਦੇ ਇੰਟਰਨੈਟ ਅਤੇ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਲੋਕ ਜਿੱਥੇ ਘਰ ਬੈਠੇ ਹੀ ਸਭ ਕੁਝ ਆਨਲਾਈਨ ਕਰ ਲੈਂਦੇ ਨੇ, ਉਸੇ ਤਰ੍ਹਾਂ ਹੀ ਲੋਕਾਂ ਦੇ ਨਾਲ ਆਨਲਾਈਨ ਠੱਗੀਆਂ ਵੀ ਬਹੁਤ ਜ਼ਿਆਦਾ ਵੱਜ ਰਹੀਆਂ ਨੇ ਤੇ ਆਮ ਲੋਕ ਇਹਨਾਂ ਆਨਲਾਈਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ। ਇਸੇ ਤਰ੍ਹਾਂ ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਹੈ ਜੋ ਫੇਕ ਕਾਲ ਸੈਂਟਰ ਬਣਾ ਰਿਹਾ ਸੀ, ਜਿਸ ਰਾਹੀਂ ਉਹ UK ਅਤੇ USA ਦੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤੇ ਇਸ ਦਾ ਪਤਾ ਲੱਗਣ ਤੇ ਲੁਧਿਆਣਾ ਪੁਲਿਸ ਨੇ ਇਸ ਗੈਂਗ ਨੂੰ ਕਾਬੂ ਕਰ ਲਿਆ। साइबर सेल और CIA स्टाफ ਦੀ ਟੀਮ ਨੇ ਇੱਕ ਬਹੁਤ ਵੱਡੇ ਗੈਂਗ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਕਿ ਇੱਕ ਇੰਟਰਨੈਸ਼ਨਲ ਕਾਲ ਸੈਂਟਰ ਰੈਕੇਟ ਚਲਾ ਰਿਹਾ ਸੀ। ਇਹਨਾਂ ਦੀ ਮੋਡਸ ਆਪਰੈਂਡੀ ਇਹ ਸੀ ਕਿ ਇਹ ਆਪਣੇ UK ਔਰ USA ਦੇ ਸਿਟੀਜ਼ਨਸ ਦੇ ਨਾਲ ਠੱਗੀ ਮਾਰਦੇ ਸੀ ਐਂਡ ਇਹ ਆਪਣੇ ਆਪ ਨੂੰ ਪੋਜ਼ ਕਰਦੇ ਸੀ ਕਿ ਅਸੀਂ UK ਔਰ USA ਦੇ ਟੈਕਸ ਆਫੀਸ਼ੀਅਲ ਹਨ ਐਂਡ ਉਹਨਾਂ ਨੂੰ ਪਬਲਿਕ ਨੂੰ ਇਹ UK ਔਰ USA ਦੀ ਪਬਲਿਕ ਨੂੰ ਕਾਲ ਕਰਕੇ ਕਹਿੰਦੇ ਸੀ ਕਿ ਤੁਹਾਡੀ ਕੋਈ ਪੈਨਲਟੀ ਤੁਹਾਡੇ ਅਗੇਂਸਟ ਖੜੀ ਹੈ, ਕੋਈ ਤੁਸੀਂ ਟ੍ਰਾਂਜੈਕਸ਼ਨ ਕੀਤੀ ਹੈ ਜਿਹਦੇ ਕਰਕੇ ਟੈਕਸ ਦੀ ਪੈਨਲਟੀ ਹੈ ਤੇ ਤੁਸੀਂ ਉਸ ਪੈਨਲਟੀ ਨੂੰ ਪੇ ਕਰੋ। ਔਰ ਉਹ ਪੈਨਲਟੀ ਹੈ ਵੀ ਦੱਸਦੇ ਸੀ ਇਹ ਤੇ ਪਬਲਿਕ ਡਰ ਜਾਂਦੀ ਸੀ ਐਂਡ ਉਹ ਕੁਝ ਬੰਦੇ ਉਹਨਾਂ ਚੋਂ 100 ਬੰਦਿਆਂ ਨੂੰ ਕਾਲ ਕਰਦੇ ਸੀ ਤੇ 3-4 ਬੰਦੇ ਇਹਨਾਂ ਨੂੰ ਇਹ ਰਿਵਰਟ ਕਰਦੇ ਸੀ ਕਿ ਬਈ ਤੁਸੀਂ ਸਾਡੀ ਇਹ ਜਿਹੜੀ ਪ੍ਰੋਬਲਮ ਹੈ ਇਸ ਨੂੰ ਸੋਲਵ ਕਰੋ ਐਂਡ ਵੀ ਵਾਂਟ ਟੂ ਸੈਟਲ ਇਸ ਪੈਨਲਟੀ ਨੂੰ। ਇਹ ਫਿਰ ਆਪਣੇ ਸੀਨੀਅਰਸ ਨਾਲ ਜਿਹੜੇ ਕਿ ਇਸ ਗੈਂਗ ਦੇ ਸੀਨੀਅਰਸ ਹੁੰਦੇ ਸੀ ਉਹਨਾਂ ਨਾਲ ਗੱਲ ਕਰਾਉਂਦੇ ਸੀ ਐਂਡ ਉਹ ਫਿਰ ਇਹ ਆਫਰ ਕਰਦੇ ਸੀ ਕਿ ਤੁਸੀਂ ਥੋੜੇ ਸਮਾਂ ਲਈ ਇੱਕ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ ਜੋ ਕਿ ਅਸੀਂ ਸ਼ੋ ਕਰ ਦਾਂਗੇ ਕਿ ਪੈਨਲਟੀ ਪੇ ਹੋ ਚੁੱਕੀ ਹੈ ਐਂਡ ਫਿਰ ਤੁਹਾਨੂੰ 3-4 ਦਿਨ ਬਾਅਦ ਉਹ ਰਿਵਰਟ ਕਰ ਦੇਵਾਂਗੇ ਤੇ ਤੁਹਾਡਾ ਬਚਾਅ ਹੋ ਸਕਦਾ ਹੈ। ਉਸ ਆੜ ਦੇ ਵਿੱਚ ਇਹ ਪਬਲਿਕ ਨੂੰ ਗੁੰਮਰਾਹ ਕਰਕੇ ਆਪਣੇ ਅਕਾਊਂਟਾਂ ਦੇ ਵਿੱਚ ਜਿਹੜੇ ਗੈਂਗ ਦੇ ਬਾਕੀ ਮੈਂਬਰ ਵਿਦੇਸ਼ਾਂ ਦੇ ਵਿੱਚ ਬੈਠੇ ਹੁੰਦੇ ਸੀ ਉਹਨਾਂ ਦੇ ਫੇਕ ਅਕਾਊਂਟਾਂ ਦੇ ਬੈਂਕ ਅਕਾਊਂਟਾਂ ਦੇ ਵਿੱਚ ਟ੍ਰਾਂਸਫਰ ਕਰਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਟ ਪੋਖਰ ਦੇ ਵਿੱਚ ਘਰ ਦਾ ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਹੋਈ ਤੇ 55 ਸਾਲਾ ਬਜ਼ੁਰਗ ਮਸਤਾਨ ਸਿੰਘ ਦੀ ਝਗੜੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਤੇ ਬਜ਼ੁਰਗ ਦਾ ਕਤਲ ਕਰਨ ਦੇ ਆਰੋਪ ਲੱਗ ਰਹੇ ਨੇ। ਤੇ ਇਸੇ ਘਟਨਾ ਦੇ ਸੰਬੰਧੀ ਪੂਰੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣਾ ਘਰ ਢਾਹ ਰਹੇ ਸਨ ਅਤੇ ਉਸ ਦਾ ਮਲਬਾ ਗਲੀ ਦੇ ਵਿੱਚ ਪਿਆ ਹੋਇਆ ਸੀ ਅਤੇ ਇਸੇ ਦੌਰਾਨ ਗਲੀ ਦੇ ਵਿੱਚ ਪਏ ਮਲਬੇ ਨੂੰ ਲੈ ਕੇ ਮੁਹੱਲੇ ਦੇ ਵਿੱਚ ਹੀ ਰਹਿੰਦੇ ਇੱਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਨਾਲ ਮਾਰ ਕੁਟਾਈ ਕੀਤੀ, ਜਿਸ ਦੌਰਾਨ 55 ਸਾਲਾ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ। ਤੇ ਉਹਨਾਂ ਨੇ ਕਿਹਾ ਕਿ ਥਾਣਾ ਤਿੱਬੜ ਦੀ ਪੁਲਿਸ ਜੋ ਹੈ ਨਿਰਪੱਖ ਰੂਪ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਉਹਨਾਂ ਨੇ ਇਸ ਦੇ ਸੰਬੰਧ ਵਿੱਚ ਪੁਲਿਸ ਅਧਿਕਾਰੀ ਤੇ ਮਾਮਲਾ ਦਰਜ ਕਰਨ ਦੀ ਜੋ ਮੰਗ ਕੀਤੀ ਹੈ ਤੇ ਇਸ ਬਾਰੇ ਜਾਣਕਾਰੀ ਦਿੰਦਿਆਂ SHO ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤਰ੍ਹਾਂ ਪਰਿਵਾਰ ਕਹੇਗਾ ਉਸ ਤਰ੍ਹਾਂ ਹੀ ਕੀਤਾ ਜਾਵੇਗਾ ਤੇ ਧਰਨੇ ਨੂੰ ਸਮਾਪਤ ਕਰਵਾਇਆ। ਮੇਰਾ ਜੀਜਾ ਗੋਤ ਪੋਕਰ ਤੋਂ ਮਸਤਾਨ ਸਿੰਘ, ਇਹਨਾਂ ਦੋਵਾਂ ਬੰਦਿਆਂ ਨੇ 2 ਬੰਦੇ ਤੇ ਇੱਕ ਬੀਬੀ, ਜਿਹੜਾ ਪੁਲਿਸ ਦਾ ਮੁਲਾਜ਼ਮ ਹੀ ਲਖਵਿੰਦਰ ਸਿੰਘ ਬਾਂਟੀ,
ASI ਤੇ ਤੇਜਿੰਦਰ ਸਿੰਘ ਲਾਡੀ, ਇਹ ਵੀ ਪੁਲਿਸ ਦਾ ਮੁਲਾਜ਼ਮ ਹੈ, ਤੇ ਬਲਵਿੰਦਰ ਕੌਰ। ਇਹ ਜਦੋਂ ਰੋੜੀ ਥੋੜੀ ਜੀ ਮੇਰੇ ਜੀਜੇ ਹੁਣੀ ਕੋਠੀ ਪਾ ਰਹੇ ਸੀ, ਰੋੜੀ ਥੋੜੀ ਜੀ ਖਿਲਰੀ ਸੀ। ਸੜਕਾਂ ਦੇ ਵਿੱਚ ਆਮ ਹੀ ਸਾਡੇ ਪੰਜਾਬ 'ਚ ਜਦੋਂ ਮਕਾਨ ਪੈਂਦੇ ਆ, ਕੋਠੇ ਪੈਂਦੇ ਆ, ਥੋੜਾ ਬਹੁਤਾ ਮਟੀਰੀਅਲ ਸਾਨੂੰ ਰੋਡ ਦੇ ਵਿੱਚ ਲਾਉਣਾ ਪੈਂਦਾ ਸਾਈਡਾਂ ਸੂਡਾਂ ਤੇ। ਉਹ ਥੋੜੀ ਜੀ ਰੋੜੀ ਲੱਗੀ ਸੀ ਤੇ ਇਹਨਾਂ ਦੇ ਘਰ ਕੋਈ ਗੈਸਟ ਆਇਆ ਸੀ, ਕਹਿੰਦਾ ਮੇਰੇ ਸਾਲੇ ਦੀ ਇੱਥੋਂ ਗੱਡੀ ਨਹੀਂ ਲੰਘਦੀ, ਤੇ ਅਸੀਂ 2 ਬੰਦੇ ਦਿਹਾੜੀ ਤੇ ਲਾਏ ਸੀ। ਇਹਨ 2 ਦਿਨ ਪਹਿਲਾਂ ਉਹ ਦਿਹਾੜੀ ਵਾਲਾ ਬੰਦਾ ਵੀ ਕੁੱਟਿਆ। ਰੋਜ਼ ਪੀ ਕੇ ਡੇਲੀ ਸ਼ਰਾਬ ਨਾਲ ਰੱਜ ਕੇ ਆ ਜਾਂਦਾ ਵਾ ਤੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਖੌਲ ਕਰਨੇ ਇਹਦਾ ਪੇਸ਼ਾ। ਪੁਰਾਣੀ ਰੰਜਿਸ਼ ਚੱਲ ਰਹੀ ਸੀ, ਪੁਰਾਣੀ ਰੰਜਿਸ਼ ਦੇ ਕਾਰਨ ਸਾਡਾ ਕਤਲ ਕਰ ਦਿੱਤਾ। ਰਾਤੀ ਹੋਤੀ ਕੋਈ ਲੜਾਈ ਹੋਈ ਹੈ ਪਿੰਡ 'ਚ ਤੇ ਉੱਥੇ ਬੰਦੇ ਦੀ ਡੈਥ ਹੋ ਗਈ ਹੈ ਤੇ ਉਸ ਸੰਬੰਧੀ ਆਏ ਨੇ ਸਾਰੇ ਉਹਨਾਂ ਦੇ ਵਾਰਸ ਇੱਥੇ ਬਿਆਨ ਲਿਖਾ ਰਹੇ ਨੇ, ਜੋ ਵੀ ਬਣਦੀ ਕਾਰਵਾਈ ਉਹ ਕਰ ਰਹੇ ਨੇ। ਜਿੰਨਾ ਨਾਲ ਲੜਾਈ ਹੋਈ ਹੈ ਉਹ ਇੱਕ ਪੁਲਿਸ ਡਿਪਾਰਟਮੈਂਟ 'ਚ ਹੈਗਾ, ਨੌਕਰੀ ਕਰਦਾ। ਧਰਨੇ ਦੀ ਕੋਈ ਵਜ੍ਹਾ ਨਹੀਂ ਹੈ, ਇਹਨਾਂ ਨੂੰ ਕੋਈ ਸ਼ੱਕ ਸੀਗਾ ਕਿ ਅਸੀਂ ਸ਼ਾਇਦ ਕੋਈ ਉਹ ਕਰ ਰਹੇ ਹਾਂ, ਧਾਰਾ ਧੂਰਾ ਕੋਈ ਤੇ ਚਾਹੁੰਦੇ ਸੀਗੇ ਕਿ ਪਰਚਾ ਦਿਓ ਜੀ, ਜਿਹੜੇ ਇਹਨਾਂ ਦੇ ਅਕੋਰਡਿੰਗਲੀ ਜਿਹੜੀ ਧਾਰਾ ਉਹੀ ਜੋ ਇਹਨੇ ਬਿਆਨ ਲਿਖਾਉਣਗੇ ਉਹਦਾ ਹੀ ਕਾਰਵਾਈ ਕਰਦਾ ਜੀ। ਅਜੇ ਬਿਆਨ ਲਿਖਾ ਰਹੇ ਨੇ, ਬਿਆਨ ਜੋ ਵੀ ਬਿਆਨ ਲਿਖਾਉਣਗੇ ਜੋ ਵੀ ਉੱਤੇ ਕਾਰਵਾਈ ਬਣਦੀ ਉਹ ਕਰਾਂਗੇ। ਠਾਣਦਾ ਸਮੇਤ 3 ਬੰਦਿਆਂ ਮੈਂ ਕਿਹਾ ਜੀ ਬਿਆਨ ਲਿਖਾ ਰਹੇ ਨੇ, ਜਦੋਂ ਬਿਆਨ ਲਿਖਾ ਦਿੰਦੇ ਜੋ ਬਿਆਨ ਲਿਖਾਉਣਗੇ। ਵਿਧਾਨ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕਾ ਦੇ ਅਧੀਨ ਪੈਂਦੇ ਪਿੰਡ ਚੋਰਾਂਵਾਲਾ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਤੇ ਉਹਨਾਂ ਦਾ ਹੱਲ ਕੀਤਾ। ਤੇ ਇਸੇ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਲੋਕ ਭਲਾਈ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜ਼ਿਕਰ ਕੀਤਾ ਤੇ ਨਾਲ ਹੀ ਉਹਨਾਂ ਨੇ ਕੇਜਰੀਵਾਲ ਦੁਆਰਾ ਬਿਜਲੀ ਮੁਆਫੀ ਵਾਲੇ ਬਿਆਨ ਤੇ ਵੀ ਆਪਣੇ ਤੰਜ ਕੱਸੇ। ਇਸ ਦੌਰਾਨ ਉਹਨਾਂ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ। ਔਰ ਹੁਣ 1500 ਰੁਪਈਆ ਅੱਜ ਤੋਂ 1 ਜੁਲਾਈ ਤੋਂ ਇਹ ਪੈਨਸ਼ਨ ਜਿਹੜੀ ਹੈ ਉਹ ਕਰ ਦਿੱਤੀ ਹੈ। ਔਰ ਸ਼ਗਨ ਸਕੀਮ ਜਿਹੜੀ 15000 ਤੋਂ ਪਹਿਲਾਂ 21000 ਕੀਤੀ ਸੀ, ਉਹ ਅੱਜ ਤੋਂ 51000 ਰੁਪਈਆ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਕਰ ਦਿੱਤੀ ਹੈ। ਮੈਂ ਇਸ ਗੱਲ ਦੀ ਜਿੱਥੇ ਇਸ ਗੱਲ ਦਾ ਧੰਨਵਾਦ ਕਰਦਾ ਹਾਂ ਸਮੁੱਚੀ ਸਰਕਾਰ ਦਾ, ਮੁੱਖ ਮੰਤਰੀ ਸਾਹਿਬ ਦਾ, ਉੱਥੇ ਨਾਲ ਦੀ ਨਾਲ ਮੈਂ ਇਹ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਅੱਜ ਝੂਠੀਆਂ ਗੱਲਾਂ ਕਰਕੇ ਸਰਕਾਰ ਨੂੰ ਬਦਨਾਮ ਕਰਦੇ ਨੇ। ਬਾਵਜੂਦ ਕਿ ਜਿਹੜਾ 10 ਸਾਲਾਂ ਤੋਂ ਬਾਅਦ ਸਾਨੂੰ ਖਜ਼ਾਨਾ ਮਿਲਿਆ ਸੀ, ਸਾਰੇ ਪੰਜਾਬ ਦੇ ਲੋਕ, ਸਾਰੀ ਦੁਨੀਆ ਦੇ ਲੋਕ ਜਾਣਦੇ ਨੇ ਕਿ ਇਹ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੇ ਸਾਧ ਦੇ ਬਾਟੇ ਵਾਂਗੂ ਮਾਂ ਜੀ ਨਹੀਂ ਦਿੱਤਾ, ਉਸ ਬਾਟੇ ਨੂੰ ਗਹਿਣੇ ਪਾ ਕੇ ਚਲੇ ਗਏ ਸੀਗੇ। ਕਿੰਨੇ ਲੱਖ ਹਜ਼ਾਰ ਕਰੋੜ ਦਾ ਕਰਜ਼ਾ ਜਿਹੜਾ ਸੀ, ਤਕਰੀਬਨ 2,00,000 ਕਰੋੜ ਦਾ ਕਰਜ਼ਾ ਜਿਹੜਾ ਸੀਗਾ ਉਹ ਪੰਜਾਬ ਦੀ ਸਰਕਾਰ ਦੇ ਉੱਤੇ ਚੜਾ ਕੇ ਚਲੇ ਗਏ। 31,000 ਕਰੋੜ ਦਾ ਕਰਜ਼ਾ ਤਾਂ ਇਹਨਾਂ ਨੇ ਜਿੱਦਣ ਰਿਜ਼ਲਟ ਆਉਣ ਵਾਲਾ ਸੀ ਉਦੋਂ 1 ਦਿਨ ਪਹਿਲਾਂ ਕੀਤਾ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਇੱਕ ਵਧੀਆ ਤਰੀਕੇ ਦੇ ਨਾਲ ਇਸ ਸੂਬੇ ਨੂੰ ਜਦੋਂ ਚਲਾ ਕੇ ਅੱਜ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਹੂਲਤਾਂ ਨੇ, ਕਿ ਜਿਹੜੀ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਹੈ, ਜਿਹੜੀ ਉਹਨਾਂ ਦੀ ਪੈਨਸ਼ਨ ਹੈ, ਉਹਨੂੰ 1500 ਰੁਪਏ ਕੀਤਾ, ਸ਼ਗਨ ਸਕੀਮ ਨੂੰ 51000 ਰੁਪਈਆ ਕੀਤਾ, ਔਰ ਸਾਡੀਆਂ ਧੀਆਂ ਭੈਣਾਂ ਮਾਵਾਂ ਦੇ ਲਈ ਜਿਹੜੀਆਂ ਬੱਸਾਂ ਦਾ ਸਫ਼ਰ ਹੈ ਉਹ ਫ੍ਰੀ ਕੀਤਾ ਜਾਂਦੀ। ਅੱਜ ਮੈਂ ਇੱਕ ਗੱਲ ਇੱਥੇ ਕੇਜਰੀਵਾਲ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਦਿੱਲੀ ਦੇ ਵਿੱਚ ਤੇ ਤੂੰ ਕਹਿਣਾ ਆ ਦਿੱਲੀ ਦੇ ਵਿੱਚ 200 ਯੂਨਿਟ ਦੇਣਾ ਹੈ, ਔਰ 200 ਯੂਨਿਟ ਤੋਂ ਬਾਅਦ ਜੇ 1 ਯੂਨਿਟ ਵੀ ਉੱਤੇ ਆ ਜੇ ਤੇ ਉਹਦਾ 201 ਯੂਨਿਟ ਦਾ ਬਿੱਲ ਲੱਗੂਗਾ। ਅੱਜ ਤੂੰ ਕਹਿ ਕੇ ਗਿਆ ਆ ਦਿੱਲੀ 'ਚ ਤਾਂ 300 ਯੂਨਿਟ ਤੂੰ ਆਦੇ ਦਿੱਤਾ ਨਹੀਂਗਾ, ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਲਾਰਾ ਲਾ ਕੇ ਤੂੰ 300 ਯੂਨਿਟ ਦਾ ਗਿਆ ਆ। ਇਹ 200 ਯੂਨਿਟ ਬਿਜਲੀ ਜਿਹੜੀ ਫ੍ਰੀ ਮਿਲਦੀ ਆ ਉਹ ਵੀ 301 ਹੋਣ ਦੇ ਉੱਤੇ ਸਾਰੇ ਤੇ ਬਿਜਲੀ ਦੇ ਉੱਤੇ ਤੇ ਜਿਹੜਾ ਹੈਗਾ ਆ ਉਹ ਸਾਰੀ ਵੀ 301 ਯੂਨਿਟ ਦਾ ਜਿਹੜਾ ਆ ਤੂੰ ਆਪ ਹੀ ਕਹਿ ਕੇ ਗਿਆ ਆ ਕਿ 301 ਯੂਨਿਟ ਦਾ ਹੀ ਬਿੱਲ ਆਊਗਾ। ਇਹ ਤੂੰ 200 ਯੂਨਿਟ ਵੀ ਫ੍ਰੀ ਖਾਣਾ ਚਾਹੁੰਦਾ ਆ ਪੰਜਾਬ ਦੇ ਲੋਕਾਂ ਦੀ। ਅੱਜ ਤੇਰਾ ਜਿਹੜਾ ਅਸਲੀ ਚਿਹਰਾ ਆ, ਕੇਜਰੀਵਾਲ ਦਾ ਅਸਲੀ ਚਿਹਰਾ, ਮੈਂ ਪੜ੍ਹ ਰਿਹਾ ਸੀਗਾ ਅਜੇ ਮਾਕਨ ਜੀ ਜਿਹੜੇ ਦਿੱਲੀ ਦੇ ਪਾਵਰ ਮਿਨਿਸਟਰ ਰਹੇ ਨੇ ਕਾਂਗਰਸ ਦੇ, ਉਹਨਾਂ ਨੇ ਰਾਤੀ ਇਹਨੂੰ ਚਿੱਠੀ ਲੈ ਕੇ ਚੈਲੰਜ ਕੀਤਾ ਕਿ ਅੱਜ ਉਹਦਾ ਅਸਲੀ ਚਿਹਰਾ ਨੰਗਾ ਕਰਨਗੇ ਕਿ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਕਹਿੰਦੇ ਨੇ ਦਿੱਲੀ ਵਾਲੇ ਇਹ ਕਹਿ ਰਹੇ ਨੇ, ਅੱਜ ਮੰਗ ਕਰ ਰਹੇ ਨੇ ਕਿ ਪੰਜਾਬ ਵਾਲੇ ਰੇਟ ਸਾਨੂੰ ਬਿਜਲੀ ਦਿੱਲੀ ਚ ਲਾਏ ਜਾਣ।